गुड मॉर्निंग स्टूडेंट्स। बेटा आप अपनी थर्ड बुक शुरू कर रहे हैं, दैट इज़ मकैनिक्स। ਮਕੈਨਿਕਸ 'ਚ ਕੀ ਹੈ? ਮਕੈਨਿਕਸ ਦਾ ਮੀਨਿੰਗ ਕੀ ਹੈ? ਇਨੀਸ਼ੀਅਲੀ ਮਕੈਨਿਕਸ ਦਾ ਮੀਨਿੰਗ ਕੀ ਹੈ? ਮਕੈਨਿਕਸ ਦਾ ਮੀਨਿੰਗ ਹੈ ਜਦੋਂ ਅਸੀਂ ਕਿਸੇ ਪਾਰਟੀਕਲ ਦੇ ਮੋਸ਼ਨ ਨੂੰ ਸਟੱਡੀ ਕਰਨਾ ਹੈ, ਪਾਰਟੀਕਲ ਦੀ ਪੋਜੀਸ਼ਨ ਨੂੰ ਸਟੱਡੀ ਕਰਨਾ ਹੈ, ਪਾਰਟੀਕਲ ਦੇ ਬਿਹੇਵੀਅਰ ਨੂੰ ਸਟੱਡੀ ਕਰਨਾ ਹੈ, ਤਾਂ ਅਸੀਂ ਮਕੈਨਿਕਸ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਸਟੱਡੀ ਕਰਦੇ ਹਾਂ। ਤਾਂ ਇਹਦੇ 'ਚ ਆਪਣਾ ਇਨੀਸ਼ੀਅਲੀ ਜਿਹੜਾ ਫਰਸਟ ਚੈਪਟਰ ਹੈ ਦੈਟ ਇਜ਼ ਕੋਆਰਡੀਨੇਟ ਸਿਸਟਮ। ਤੇ ਕੋਆਰਡੀਨੇਟ ਸਿਸਟਮ 'ਚ ਕੀ ਹੈ? ਦੇਖੋ ਹੁਣ ਤੱਕ ਤੁਸੀਂ ਕੀ ਪੜ੍ਹਦੇ ਆ ਰਹੇ ਹੋ? ਹੁਣ ਤੱਕ ਤੁਸੀਂ ਇੱਕ ਸਿਸਟਮ ਪੜ੍ਹਿਆ ਹੈ ਦੈਟ ਇਜ਼ XYZ। ਇਟ ਮੇ ਬੀ 2 ਡਾਇਮੈਂਸ਼ਨ, ਇਟ ਮੇ ਬੀ 3 ਡਾਇਮੈਂਸ਼ਨ। ਇਹ ਕਾਰਟੀਸ਼ੀਅਨ ਕੋਆਰਡੀਨੇਟ ਸਿਸਟਮ ਹੈ ਜਦੋਂ ਸਾਡੇ ਕੋਲ 3 ਐਕਸਿਸ ਨੇ OX OY OZ 3 ਡਾਇਮੈਂਸ਼ਨਲ, ਜਿਹਨੂੰ ਅਸੀਂ ਬੋਲਦੇ ਹਾਂ। ਤਾਂ ਇਹ ਸਾਰਾ ਸਿਸਟਮ ਕੀ ਹੈ? ਕਾਰਟੀਸ਼ੀਅਨ ਕੋਆਰਡੀਨੇਟ ਸਿਸਟਮ ਹੈ ਇਹ। ਕਾਰਟੀਸ਼ੀਅਨ ਤੋਂ ਇਲਾਵਾ ਸਾਡੇ ਕੋਲ 2 ਸਿਸਟਮ ਹੋਰ ਨੇ। सेकंड है पोलर कोऑर्डिनेट सिस्टम, थर्ड है स्फेरिकल पोलर कोऑर्डिनेट सिस्टम। ठीक है जी। कार्टीशियन हो गया OX OY OZ जो ਅਸੀਂ ਆਪਣੀਆਂ ਇਨੀਸ਼ੀਅਲ ਲੋਅਰ ਕਲਾਸਿਸ ਤੋਂ ਸਟੱਡੀ ਕਰਦੇ ਆ ਰਹੇ ਹਾਂ। ਪੋਲਰ ਦੇ ਵਿੱਚ ਕੀ ਹੁੰਦਾ ਹੈ? ਪੋਲਰ 'ਚ R ਤੇ ਥੀਟਾ ਕੰਪੋਨੈਂਟਸ ਹੁੰਦੇ ਨੇ, R ਰੇਡੀਅਲ ਡਿਸਟੈਂਸ ਹੁੰਦਾ, ਥੀਟਾ ਐਂਗਲ ਹੁੰਦਾ। ਸਫੈਰਿਕਲ ਪੋਲਰ ਦੇ ਵਿੱਚ R ਥੀਟਾ ਫਾਈ ਅਸੀਂ ਯੂਜ਼ ਕਰਦੇ ਹਾਂ। ਅਸੀਂ ਸਟੈਪ ਬਾय ਸਟੈਪ ਪੜਾਂਗੇ। ਕਾਰਟੀਸ਼ੀਅਨ ਸਿਸਟਮ 2 ਡਾਇਮੈਂਸ਼ਨ 3 ਡਾਇਮੈਂਸ਼ਨ ਹੋ ਸਕਦਾ ਹੈ। ਪੋਲਰ ਜਿਹੜਾ ਸਿਸਟਮ ਹੈ ਇਹ 2 ਡਾਇਮੈਂਸ਼ਨ ਦੇ ਲਈ ਯੂਜ਼ ਕੀਤਾ ਜਾਂਦਾ ਹੈ। ਸਫੈਰਿਕਲ ਪੋਲਰ ਸਿਸਟਮ ਹੈ ਜਿਹੜਾ ਉਹ 3 ਡਾਇਮੈਂਸ਼ਨ ਦੇ ਲਈ ਯੂਜ਼ ਕੀਤਾ ਜਾਂਦਾ ਹੈ। ਹੁਣ ਕੁਐਸਚਨ ਇਹ ਹੈ ਕਿ ਸਾਨੂੰ ਅਲੱਗ-ਅਲੱਗ ਸਿਸਟਮਸ ਪੜ੍ਹਨ ਦੀ ਜ਼ਰੂਰਤ ਕਿਉਂ ਪੈ ਰਹੀ ਹੈ? ਕਿਉਂ ਅਸੀਂ ਅਲੱਗ-ਅਲੱਗ ਸਿਸਟਮ ਪੜ੍ਹਦੇ ਹਾਂ? ਦੇਖੋ ਅਲੱਗ-ਅਲੱਗ ਤਰ੍ਹਾਂ ਦੀਆਂ ਸ਼ੇਪਸ ਨੇ, ਅਲੱਗ-ਅਲੱਗ ਤਰ੍ਹਾਂ ਦੀ ਨੇਚਰ ਹੈ ਸਿਸਟਮ ਦੀ, ਤਾਂ ਉੱਥੇ ਸਾਨੂੰ ਮੀਨਸ ਉਹਦੇ ਅਕੋਰਡਿੰਗ ਕਾਰਟੀਸ਼ੀਅਨ ਕੋਆਰਡੀਨੇਟ ਸਿਸਟਮ ਯੂਜ਼ ਕਰਨੇ ਪੈਂਦੇ ਆ। ਹੁਣ ਮੰਨ ਲਓ ਕੋਈ ਸਰਕੂਲਰ ਮੋਸ਼ਨ ਹੈ, ਸਰਕੂਲਰ ਮੋਸ਼ਨ ਦੇ ਵਿੱਚ ਸਾਨੂੰ ਲੀਨੀਅਰ ਡਿਸਟੈਂਸ ਹੈ ਜਿਹੜਾ ਉਹ ਦੱਸਣਾ ਮੁਸ਼ਕਿਲ ਹੈ। ਫਿਰ ਅਸੀਂ ਉੱਥੇ ਕੀ ਦੇਖਦੇ ਆ? ਅਸੀਂ ਰੋਟੇਸ਼ਨ ਦੇ ਵਿੱਚ ਦੇਖਦੇ ਆ ਕਿ ਉਹ ਚੀਜ਼ ਕਿੰਨੇ ਐਂਗਲ ਤੇ ਰੋਟੇਟ ਕਰ ਗਈ। ਉੱਥੇ ਸਾਨੂੰ ਉਹਨੂੰ XYZ ਦੀ ਫਾਰਮ ਦੇ ਵਿੱਚ ਦੱਸਣਾ ਮੁਸ਼ਕਿਲ ਹੈ। ਜਾਂ ਅਸੀਂ ਕਹਿ ਸਕਦੇ ਹਾਂ ਕਿ ਆਪਣੀ ਕਨਵੀਨੀਅੰਸ ਦੇ ਲਈ ਜਾਂ ਆਬਜੈਕਟਸ ਦੀ ਜਿਹੜੀ ਸਮਿਟਰੀ ਹੈ ਉਹ ਸਮਿਟਰੀ ਦੇ ਅਕੋਰਡਿੰਗ ਹੀ ਅਸੀਂ ਸਿਸਟਮ ਹੈ ਜਿਹੜਾ ਕੋਆਰਡੀਨੇਟ ਸਿਸਟਮ ਉਹ ਯੂਜ਼ ਕਰਦੇ ਹਾਂ। ਠੀਕ ਹੈ ਜੀ। ਜਿਵੇਂ ਹੁਣ ਪੋਲਰ ਕੋਆਰਡੀਨੇਟ ਸਿਸਟਮ ਹੈ। ਪੋਲਰ ਕੋਆਰਡੀਨੇਟ ਸਿਸਟਮ ਕਦੋਂ ਯੂਜ਼ ਹੁੰਦਾ ਹੈ? ਜਦੋਂ ਇੱਕ ਐਕਸਿਸ ਸਮਿਟਰੀਕਲ ਹੋਵੇ, ਇੱਕ ਐਕਸਿਸ ਦੀ ਸਮਿਟਰੀ ਹੋਵੇ। ਜਿਵੇਂ ਆਪਾਂ ਕਹਿੰਦੇ ਸਿਲੈਂਡਰੀਕਲ ਆਬਜੈਕਟ ਨੇ, ਉਹਨਾਂ ਦੇ ਵਿੱਚ ਇੱਕ ਐਕਸਿਸ ਹੁੰਦਾ, ਸਿੰਗਲ ਐਕਸਿਸ। ਠੀਕ ਹੈ। ਉਹਨਾਂ ਕੇਸ ਦੇ ਵਿੱਚ ਅਸੀਂ ਪੋਲਰ ਕੋਆਰਡੀਨੇਟ ਯੂਜ਼ ਕਰ ਸਕਦੇ ਹਾਂ। ਜਿਵੇਂ ਸਫੈਰਿਕਲ ਆਬਜੈਕਟਸ ਨੇ, ਠੀਕ ਹੈ, ਸਫੀਅਰ ਨੇ, ਸਰਕਲ ਨੇ, ਉਹਨਾਂ ਦੇ ਕੇਸ ਦੇ ਵਿੱਚ ਫਿਰ ਅਸੀਂ ਸਫੈਰਿਕਲ ਪੋਲਰ ਕੋਆਰਡੀਨੇਟਸ ਯੂਜ਼ ਕਰਦੇ ਹਾਂ। ਜਦੋਂ ਕਿਸੇ ਵੀ ਤਰ੍ਹਾਂ ਦੀ ਕੋਈ ਸਮਿਟਰੀ ਨਹੀਂ ਹੈ ਉਦੋਂ ਅਸੀਂ ਕਾਰਟੀਸ਼ੀਅਨ ਕੋਆਰਡੀਨੇਟ ਸਿਸਟਮ ਯੂਜ਼ ਕਰਦੇ ਹਾਂ। ਤਾਂ ਆਪ ਦੇਖੋ ਬੇਟਾ ਇਹਦਾ ਥਿਓਰੈਟੀਕਲ ਕੁਐਸਚਨ ਬਣਦਾ ਹੈ, ਕੁਝ ਵਰਡਿੰਗ ਹੈ, ਥਿਓਰੈਟੀਕਲ ਵਰਡਿੰਗ। ਇਹ ਵਰਡਿੰਗ ਦੇਖੋ, what type of coordinate system is used in what situation? The choice of coordinate system in problem is determined by nature of the problem. Cartesian system is used when problem doesn't involve any type of symmetry. Cartesian system ਅਸੀਂ ਕਦੋਂ ਯੂਜ਼ ਕਰਦੇ ਹਾਂ? ਜਦੋਂ ਕਿਸੇ ਟਾਈਪ ਦੀ ਕੋਈ ਸਿਮਿਟਰੀ ਨਹੀਂ ਹੈਗੀ। In problem possessing spherical symmetry, ਜਿਨ੍ਹਾਂ 'ਚ ਸਫੈਰਿਕਲ ਸਮਿਟਰੀ ਅਸੀਂ ਸਫੈਰਿਕਲ ਕੋਆਰਡੀਨੇਟ ਯੂਜ਼ ਕਰਦੇ ਹਾਂ। ਸਿਲੈਂਡਰੀਕਲ ਕੋਆਰਡੀਨੇਟ ਜਿਹੜੇ ਪੋਲਰ ਕੋਆਰਡੀਨੇਟਸ ਨੇ 2 ਨੰਬਰ ਤੇ ਜਿਹੜੇ ਮੈਂ ਤੁਹਾਨੂੰ ਦੱਸੇ ਸੀ ਪੋਲਰ ਕੋਆਰਡੀਨੇਟਸ, ਇਹਨਾਂ ਨੂੰ ਅਸੀਂ ਸਿਲੈਂਡਰੀਕਲ ਕੋਆਰਡੀਨੇਟਸ ਵੀ ਬੋਲਦੇ ਹਾਂ। ਤਾਂ ਸਿਲੈਂਡਰੀਕਲ ਕੋਆਰਡੀਨੇਟ ਸਿਸਟਮ ਯੂਜ਼ ਹੁੰਦਾ ਹੈ ਜਿੱਥੇ ਇੱਕ ਐਕਸਿਸ ਆਫ ਸਮਿਟਰੀ ਹੋਏ। ਤਾਂ ਇਹ ਚੀਜ਼ਾਂ ਦਾ ਬੇਟਾ ਧਿਆਨ ਰੱਖਣਾ ਹੈ ਕਿ ਚੋਇਸ ਆਫ ਕੋਆਰਡੀਨੇਟ ਸਿਸਟਮ ਹੈ ਜਿਹੜੀ ਉਹ ਕਿਸ ਚੀਜ਼ ਤੇ ਡਿਪੈਂਡ ਕਰਦੀ ਹੈ। ਤਾਂ ਹੁਣ ਨੈਕਸਟ ਇਹਦੇ ਵਿੱਚ ਆਪਣੇ ਹੈਗੇ ਨੇ, ਆਪਾਂ ਇਨੀਸ਼ੀਅਲੀ ਜਿਹੜਾ ਸਟੱਡੀ ਕਰਨਾ ਹੈ ਦੈਟ ਇਜ਼ ਕਾਰਟੀਸ਼ੀਅਨ ਸਿਸਟਮ। ਐਟ ਫਰਸਟ ਅਸੀਂ ਯੂਜ਼ ਕਰ ਰਹੇ ਹਾਂ ਕਾਰਟੀਸ਼ੀਅਨ। ਹੁਣ ਕਾਰਟੀਸ਼ੀਅਨ ਸਿਸਟਮ ਜਿਹੜਾ ਹੈ ਇਟ ਇਜ਼ ਫਰਦਰ ਰਾਈਟ ਹੈਂਡਿਡ ਐਂਡ ਲੈਫਟ ਹੈਂਡਿਡ ਸਿਸਟਮ। ਜਿਸ ਤਰ੍ਹਾਂ ਤੁਸੀਂ ਦੇਖਦੇ ਹੋ ਰਾਈਟ ਹੈਂਡਿਡ ਹੈ ਜਾਂ ਲੈਫਟ ਹੈਂਡਿਡ ਹੈ, ਜਿਸ ਤਰ੍ਹਾਂ ਮੀਨਸ XYZ ਨੇ। XYZ ਮੀਨਸ ਸਪੋਜ਼ ਕਰੋ X to Y ਮੂਵਮੈਂਟ ਹੁੰਦੀ ਹੈ, ਮੀਨਸ ਅਸੀਂ ਰੋਟੇਸ਼ਨ ਕਰ ਰਹੇ ਹਾਂ। I to J K ਬਣ ਗਿਆ, J to K I ਬਣ ਗਿਆ, K to I ਆਪਣਾ J ਬਣ ਗਿਆ। ਕਲੀਅਰ ਹੈ? ਮੀਨਸ ਇੱਥੇ ਜਿਹੜੀ ਰੋਟੇਸ਼ਨ ਹੈ ਦੇਖੋ ਐਂਟੀ ਕਲੌਕਵਾਈਜ਼ ਰੋਟੇਸ਼ਨ ਹੈ। X to Y ਗਏ ਤਾਂ K ਬਣ ਗਿਆ।
ਜੇ ਟੂ ਕੇ ਗਏ ਤਾਂ ਆਈ ਬਣ ਗਿਆ, ਥਰਡ ਆ ਗਿਆ ਕੇ ਟੂ ਆਈ ਗਏ ਤਾਂ ਜੇ ਕੈਪ ਬਣ ਗਿਆ। ਇਹ ਆਪਣਾ ਰਾਈਟ ਹੈਂਡਡ ਸਿਸਟਮ ਹੈ। ਲੈਫਟ ਹੈਂਡਡ ਦੇ ਵਿੱਚ ਕੀ ਹੁੰਦਾ ਹੈ? ਲੈਫਟ ਹੈਂਡਡ ਸਿਸਟਮ ਹੈ ਜਿਹੜਾ, ਉਹਦੇ ਵਿੱਚ ਆਈ ਕ੍ਰੋਸ ਜੇ ਇਜ਼ ਇਕੁਅਲ ਟੂ ਮਾਈਨਸ ਕੇ। ਇਹ ਜਿਹੜਾ ਸਿਸਟਮ ਮੂਵ ਕਰੂਗਾ ਇਹ ਲੈਫਟ ਹੈਂਡਡ ਮੂਵ ਕਰੂਗਾ, ਠੀਕ ਹੈ ਜੀ। ਇਹ ਕਲੌਕਵਾਈਜ਼ ਸਿਸਟਮ ਹੈ ਜਿਹੜਾ ਉਹ ਮੂਵ ਕਰੂਗਾ, ਕਲੌਕਵਾਈਜ਼ x to y ਮਤਲਬ i ਕ੍ਰੋਸ ਜੇ ਸੀਗਾ ਤੇ ਮਾਈਨਸ ਕੇ, ਜਿਸ ਤਰ੍ਹਾਂ ਕਿ ਤੁਸੀਂ ਪੜ੍ਹਦੇ ਆ ਰਹੇ ਹੋ, ਜੇ ਕ੍ਰੋਸ ਕੇ ਮਾਈਨਸ ਆਈ, ਕੇ ਕ੍ਰੋਸ ਆਈ ਮਾਈਨਸ ਜੇ। ਦੇਖੋ ਹੁਣ ਰਾਈਟ ਹੈਂਡਡ ਸਿਸਟਮ, ਲੈਫਟ ਹੈਂਡਡ ਸਿਸਟਮ, ਹੁਣ ਇਹਨਾਂ 'ਚ ਪ੍ਰੈਫਰੇਬਲ ਕੀ ਹੈ ਕਿ ਰਾਈਟ ਹੈਂਡਡ ਸਿਸਟਮ ਯੂਜ਼ ਕੀਤਾ ਜਾਏ ਜਾਂ ਲੈਫਟ ਹੈਂਡਡ ਯੂਜ਼ ਕੀਤਾ ਜਾਏ, ਕਿਹੜਾ ਪ੍ਰੈਫਰੇਬਲ ਹੈ? ਤਾਂ ਰਾਈਟ ਹੈਂਡ ਸਿਸਟਮ ਨੂੰ ਯੂਜ਼ ਕਰਨਾ ਜ਼ਿਆਦਾ ਪ੍ਰੈਫਰੇਬਲ ਹੈ, ਕਿਉਂਕਿ ਉਸ ਕੇਸ ਦੇ ਵਿੱਚ ਦੇਖੋ ਸਿਮਿਟਰੀ ਬਣਦੀ ਹੈ। ਸਿਮਿਟਰੀ ਕੀ? ਆਈ ਕ੍ਰੋਸ ਜੇ ਕੇ, ਜੇ ਕ੍ਰੋਸ ਕੇ ਆਈ, ਕੇ ਕ੍ਰੋਸ ਆਈ ਜੇ। ਇਹਦੇ ਵਿੱਚ ਨੈਗੇਟਿਵ ਸਾਈਨਸ ਆ ਜਾਂਦੇ ਨੇ ਜਿਹੜੇ ਕਿ ਮਤਲਬ ਆਪਣੀਆਂ ਕੈਲਕੂਲੇਸ਼ਨਸ ਨੂੰ ਥੋੜਾ ਕੰਪਲਿਕੇਟ ਕਰ ਦਿੰਦੇ ਨੇ। ਤਾਂ ਅਸੀਂ ਪ੍ਰੈਫਰ ਕਰਦੇ ਹਾਂ ਕਿ ਰਾਈਟ ਹੈਂਡ ਸਿਸਟਮ ਹੈ ਜਿਹੜਾ ਉਹ ਯੂਜ਼ ਕੀਤਾ ਜਾਏ। ਸੋ ਇਸ ਤੋਂ ਬਾਅਦ ਇਹ 'ਚ ਕੁਝ ਛੋਟੀਆਂ ਟਰਮਸ ਨੇ। ਨੈਕਸਟ ਟਰਮ ਹੈ ਆਪਣੀ ਪੋਜੀਸ਼ਨ ਕੀ ਹੁੰਦੀ ਹੈ ਪਾਰਟੀਕਲ ਦੀ, ਪੋਜੀਸ਼ਨ ਵੈਕਟਰ ਆਫ ਪਾਰਟੀਕਲ। ਪੋਜੀਸ਼ਨ ਵੈਕਟਰ ਆਫ ਪਾਰਟੀਕਲ ਦਾ ਮਤਲਬ ਹੈ ਕਿ ਪਾਰਟੀਕਲ ਕਿਸੇ ਪੁਆਇੰਟ ਤੇ ਪਿਆ, ਆਪਾਂ ਨੂੰ ਉਹਦੀ ਪੋਜੀਸ਼ਨ ਦੱਸਣੀ ਹੈ, ਤਾਂ ਉਹਨੂੰ ਅਸੀਂ ਪੋਜੀਸ਼ਨ ਵੈਕਟਰ ਦੇ ਨਾਲ ਦੇਖਦੇ ਹਾਂ। ਓਰੀਜਨ ਟੂ ਦੈਟ ਪੁਆਇੰਟ, ਜਿਹੜਾ ਵੈਕਟਰ ਅਸੀਂ ਡਰਾ ਕਰਦੇ ਹਾਂ ਉਸ ਵੈਕਟਰ ਨੂੰ ਅਸੀਂ ਕੀ ਬੋਲਦੇ ਹਾਂ? ਪੋਜੀਸ਼ਨ ਵੈਕਟਰ ਆਫ ਦੈਟ ਪਾਰਟੀਕਲ। ਉਸ ਤੋਂ ਬਾਅਦ ਡੈਫੀਨੇਸ਼ਨ ਹੈ ਰੈਸਟ ਐਂਡ ਮੋਸ਼ਨ। ਰੈਸਟ ਦਾ ਮਤਲਬ ਕੀ ਹੈ ਕਿ ਅਗਰ ਪਾਰਟੀਕਲ ਆਪਣੀ ਜਿਸ ਪੋਜੀਸ਼ਨ ਤੇ ਸਟੇ ਕਰ ਰਿਹਾ ਹੈ ਉਹਦੇ ਤੇ ਸਟੇ ਕਰੇ, ਉਹਦੀ ਪੋਜੀਸ਼ਨ ਵਿਦ ਰਿਸਪੈਕਟ ਟੂ ਟਾਈਮ ਚੇਂਜ ਨਾ ਹੋਏ, ਤਾਂ ਅਸੀਂ ਬੋਲਦੇ ਹਾਂ ਕਿ ਰੈਸਟ ਤੇ ਹੈ। ਅਗਰ ਪਾਰਟੀਕਲ ਆਪਣੀ ਪੋਜੀਸ਼ਨ ਚੇਂਜ ਕਰ ਲੇ, ਮਤਲਬ ਸਪੋਜ਼ ਕਰੋ ਕਿ ਇਸ ਪੁਆਇੰਟ ਤੋਂ ਇਸ ਪੁਆਇੰਟ ਤੇ ਮੂਵ ਕਰ ਗਿਆ, ਤਾਂ ਅਸੀਂ ਕਹਿੰਦੇ ਹਾਂ ਕਿ ਪਾਰਟੀਕਲ ਹੈ ਜਿਹੜਾ ਉਹ ਮੋਸ਼ਨ 'ਚ ਹੈ। ਤਾਂ ਇਹ ਰੈਸਟ ਐਂਡ ਮੋਸ਼ਨ ਦੋ ਇਹਦੀਆਂ ਕੰਡੀਸ਼ਨਸ ਨੇ। ਉਸ ਤੋਂ ਬਾਅਦ ਨੈਕਸਟ ਹੈ, ਨੈਕਸਟ ਸਾਰਾ ਬੇਟਾ ਮੈਥਮੈਟਿਕਲ ਪੋਰਸ਼ਨ ਹੈ। ਇਹ ਸਾਰਾ ਹੀ ਚੈਪਟਰ ਹੈ ਜਿਹੜਾ ਆਪਣਾ ਉਹ ਬੇਸ ਹੈ, ਉਹ ਬੇਸ ਹੈ ਸਾਰਾ ਆਪਣਾ ਮਕੈਨਿਕਸ ਦਾ। ਫਰਦਰ ਜਿਹੜੇ ਚੈਪਟਰਸ ਨੇ ਉਹਨਾਂ ਦਾ ਵੀ ਬੇਸ ਹੈ। ਤਾਂ ਇਹਦੇ ਵਿੱਚ ਨੈਕਸਟ ਜਿਹੜੀਆਂ ਆਪਣੀਆਂ ਟਰਮਸ ਆਉਂਦੀਆਂ ਨੇ, ਦੈਟ ਇਜ਼ ਪੋਜੀਸ਼ਨ ਵੈਕਟਰ, ਵੈਲੋਸਿਟੀ ਐਂਡ ਐਕਸਲੇਸ਼ਨ ਇਨ 2 ਡਾਇਮੈਂਸ਼ਨ। ਦੇਖੋ ਆ ਪਾਰਟੀਕਲ ਦੀ ਕੋਈ ਪੋਜੀਸ਼ਨ ਹੈ, ਇਹ ਆਪਣੀ 2 ਡਾਇਮੈਂਸ਼ਨ 'ਚ ਪਿਆ XY ਪਲੇਨ 'ਚ। ਤਾਂ ਆਪਾਂ ਕੀ ਕਰਨਾ ਹੈ ਕਿ ਪਾਰਟੀਕਲ ਦੀ ਆ ਪਰਪੈਂਡੀਕੂਲਰ ਡਰਾ ਕਰ ਲਿਆ, ਆ ਇਹਦੀ x ਪੋਜੀਸ਼ਨ ਹੈ ਕਿ ਇਹ x ਐਕਸਿਸ ਤੋਂ ਕਿੰਨਾ ਡਿਸਟੈਂਸ ਤੇ ਹੈ। ਆ ਜਿਹੜਾ ਡਿਸਟੈਂਸ ਹੈ ਇਹਦਾ y ਐਕਸਿਸ, ਮਤਲਬ ਇਹ y ਤੋਂ ਕਿੰਨੀ ਡਿਸਟੈਂਸ ਤੇ ਹੈ, ਇਹਦੇ ਕੋਆਰਡੀਨੇਟਸ ਹੋ ਗਏ। ਇਹ ਪਾਰਟੀਕਲ ਦੀ ਪੋਜੀਸ਼ਨ ਹੈ, ਠੀਕ ਹੈ ਜੀ। ਤਾਂ ਇੱਥੇ x ਕੀ ਹੈ OQ, y ਕੀ ਹੈ QP। ਤਾਂ ਪੋਜੀਸ਼ਨ ਵੈਕਟਰ ਅਗਰ ਅਸੀਂ ਟ੍ਰਾਇੰਗਲ ਲਾ ਵੈਕਟਰ ਐਡੀਸ਼ਨ ਲਗਾਉਂਦੇ ਆ ਤਾਂ r ਵੈਕਟਰ ਕੀ ਹੋ ਗਿਆ xi ਪਲਸ yj। ਇਹ 2 ਡਾਇਮੈਂਸ਼ਨ ਦੇ ਵਿੱਚ ਅਗਰ ਅਸੀਂ ਪਾਰਟੀਕਲ ਦੀ ਪੋਜੀਸ਼ਨ ਨੂੰ ਡਿਸਕ੍ਰਾਈਬ ਕਰਨਾ ਹੈ ਤਾਂ ਪਾਰਟੀਕਲ ਦਾ ਪੋਜੀਸ਼ਨ ਵੈਕਟਰ ਕਿਸ ਤਰ੍ਹਾਂ ਲਿਖਿਆ ਜਾਊਗਾ? xi ਪਲਸ yj। ਮਤਲਬ ਉਹਦੇ 2 ਕੋਆਰਡੀਨੇਟਸ ਨੇ, ਸਾਨੂੰ ਉਹਦੇ 2 ਕੋਆਰਡੀਨੇਟਸ ਸਪੈਸੀਫਾਈ ਕਰਨੇ ਪੈਣਗੇ ਕਿ x ਤੋਂ ਕਿੰਨੇ ਡਿਸਟੈਂਸ ਤੇ ਹੈ ਤੇ y ਤੋਂ ਉਹ ਕਿੰਨੀ ਡਿਸਟੈਂਸ ਤੇ ਹੈ। ਨੈਕਸਟ ਹੈ ਵੈਲੋਸਿਟੀ ਕੈਲਕੂਲੇਟ ਕਰਨੀ ਹੈ। ਵੈਲੋਸਿਟੀ ਸਾਨੂੰ ਪਤਾ ਹੈ ਕਿ ਰੇਟ ਆਫ ਡਿਸਪਲੇਸਮੈਂਟ ਹੈ, ਤਾਂ dr/dt, d/dt, r ਦੀ ਵੈਲਿਊ ਕਿੰਨੀ ਹੈ xi ਪਲਸ yj, ਠੀਕ ਹੈ ਜੀ। dx/dt ਬਣ ਗਿਆ, dy/dt ਬਣ ਗਿਆ। ਹੁਣ ਮਕੈਨਿਕਸ ਦੇ ਵਿੱਚ ਕੀ ਹੈ, dx/dt ਨੂੰ ਅਸੀਂ x ਡਾਟ ਦੇ ਨਾਲ ਲਿਖ ਸਕਦੇ ਹਾਂ। ਦੇਖੋ ਇੱਕ ਸਿੰਗਲ ਡਾਟ ਲੱਗੀ ਹੋਈ ਹੈ, ਇਹ ਡਾਟ ਦਾ ਮਤਲਬ ਕੀ ਹੈ? ਡਿਫਰੈਂਸ਼ੀਏਸ਼ਨ, ਵਨ ਟਾਈਮ ਡਿਫਰੈਂਸ਼ੀਏਸ਼ਨ, ਧਿਆਨ ਰੱਖਣਾ ਹੈ। ਤਾਂ ਇਹ ਵੈਲੋਸਿਟੀ ਆ ਗਈ ਪਾਰਟੀਕਲ ਦੀ। ਨੈਕਸਟ ਹੈ ਐਕਸਲੇਸ਼ਨ। ਐਕਸਲੇਸ਼ਨ ਕੀ ਹੁੰਦਾ? ਰੇਟ ਆਫ ਚੇਂਜ ਆਫ ਵੈਲੋਸਿਟੀ। ਤਾਂ ਵੈਲੋਸਿਟੀ ਦਾ ਫਾਰਮੂਲਾ ਪੁੱਟ ਕਰ ਦਿਓ x.i y.j। दैट मीन्स कि फिर दोबारा डिफरेंशिएशन होगी। हुण उरे की हो जाएगा, 2 डॉट्स लग जाएंगे, x.i प्लस y.j कैप। डबल डॉट का मतलब है 2 टाइम्स डिफरेंशिएशन होगी, दैट मीन्स कि वो एक्सेलेशन है। क्लीयर है जी। पार्टिकल की पोजीशन, ਉਹਦੀ ਵੈਲੋਸਿਟੀ ਕੱਢਣੀ ਹੈ ਤਾਂ 1 टाइम डिफरेंशिएशन, एक्सेलेशन ਕੱਢਣੀ है ਤਾਂ 2 टाइम डिफरेंशिएशन हो जूगी। सिमिलरली ये 2 डायमेंशन है, सिमिलरली वी कैन फाइंड इट इन 3 डायमेंशन। मीनस एक्स वाई जैड साढ़े 3 कोआर्डीनेट एक्सिस ने। आ पार्टिकल की पोजीशन है, ठीक है जी। आ जैड है तो जैड कोआर्डीनेट है, ये तो असीं परपेंडिकुलर ड्रॉ करते हैं, ये लाइनस नूं मीट करते हैं। तो देखो एक्स, आ एक्स है, आ वाई है, आह
Z पोजीशन है पार्टिकल दी। तो OP जिहड़ा है OP दिस OP, क्योंकि अगर असी पॉलीगन ला ऑफ वैक्टर एडिशन लगाने आ तो वैक्टर एडिशन के अकॉर्डिंग सारिया साइड्स ने जिहड़ियां देखो OR QP ये सारिया का सम उहदी क्लोजिंग साइड के इक्वल हुंदा है। तो OP पोजीशन वैक्टर किहदे बराबर हो गया OR QP, मतलब X Y एंड Z। अगर तुसीं इहदा मैगनीट्यूड कढना है तो मैगनीट्यूड की हुंदा स्केयर लैके असीं उहनां दा स्केयर रूट फाइंड आउट कर लैंदे आ। ये वैक्टर्स दी प्रॉपर्टीज़ ने। सिमिलरली असीं वेलोसिटी फाइंड आउट करनी है 3 डायमेंशन च। तो वेलोसिटी नूं फाइंड आउट करन दा की तरीका है, वही पोजीशन वैक्टर दा तुसीं की करो डिफरेंशिएशन कर दो। डिफरेंशिएशन कर रहे हैं तो है x डॉट आई y डॉट j z डॉट k। सिमिलरली एक्सेलेशन x डबल डॉट आई y डबल डॉट j z डबल डॉट k। ये हो गया अपना कार्टीशियन सिस्टम। कार्टीशियन सिस्टम दे विच पार्टिकल दी पोजीशन, पार्टिकल दी वेलोसिटी ते पार्टिकल दी एक्सेलेशन। उस तो बाद आगे साडे कोल प्लेन पोलर कोआर्डीनेट्स एंड देयर रिलेशन विद कार्टीशियन कोआर्डीनेट सिस्टम। कहने का मतलब देखो तीनों तरह के जिहड़े सिस्टम ने, कार्टीशियन है, पोलर ने या स्फेरिकल पोलर ने, इन्हां नूं असीं आपस दे विच भी रिलेट कर सकते हैं। मतलब अगर किसी पॉइंट ते तुहानूं XYZ पता नहीं, तुसीं उन्हां नूं स्फेरिकल पोलर च कन्वर्ट करना है तो उन्हां दे अपने कोल फिक्स रिलेशनस ने, फार्मूलाज ने, जिन्हां च असीं पुट करके अपनी वैल्यूज़ नूं फाइंड आउट कर सकते हैं। तो इह च इनिशियली आपां पढ़दे हां प्लेन पोलर कोआर्डीनेट्स। प्लेन पोलर कोआर्डीनेट्स दे विच की है देखो उमें, क्योंकि 2 डायमेंशन के लिए एप्लीकेबल ने, तो XY 2 डायमेंशन पार्टिकल की पोजीशन। ठीक है जी। हुण पार्टिकल की पोजीशन है X R। सपोज करो कि इसकी रोटेशन होगी एट एंगल थीटा। ये ध्यान रखना है कि इत्थे जिहड़ी रोटेशन है दैट इज़ एंटी क्लॉकवाइज। ये एंटी क्लॉकवाइज ही शो होनी है ये। ठीक है जी। उस तो बाद ये जिहड़े पोलर कोआर्डीनेट सिस्टम ने वो 2 ने, एक तो R है एक थीटा है, एक R एक थीटा। R जिहड़ा है R पोजीशन वैक्टर इनू असीं बोलते हैं रेडियल डिस्टेंस एंड इट इज़ ऑलवेज पॉजिटिव। ये रेडियल डिस्टेंस है तो पॉजिटिव रहिंदी है। तो R की जिहड़ी वैल्यू है, मतलब लिमिट्स ने R दियां वो की ने फ्रॉम 0 टू इनफिनिटी। R दियां लिमिट्स की ने फ्रॉम 0 टू इनफिनिटी। उस तो बाद है एंगल थीटा, आ वाला एंगल रोटेशन एंगल, द एंगल विच द लाइन OP, ध्यान रखना है OP मेक्स विद पॉजिटिव X एक्सिस। वो एंगल जिहड़ा OP X एक्सिस दे नाल बनांदा है, तुसीं अपनी मर्जी नाल नहीं चूज कर सकते। OP X एक्सिस दे नाल बनांदा है, उहनूं असीं बोलदे हां थीटा एंगल। तो इहदी वैल्यू लाई करदी है फ्रॉम 0 टू 2 पाई। ये ध्यान रखना है R दियां वैल्यू 0 टू इनफिनिटी, थीटा दियां फ्रॉम 0 टू 2 पाई। तो इत्थे जिहड़े R ते थीटा ने अपने की ने पोलर कोआर्डीनेट्स ने। हुण आपां रिलेशन देखदे हां कार्टीशियन कोआर्डीनेट्स दा। कार्टीशियन कोआर्डीनेट्स दा रिलेशन की है पोलर कोआर्डीनेट्स दे नाल। देखो रिलेशन बिटवीन R थीटा एंड XY। अपना RC X है, Y है, थीटा है। अगर असीं इस ट्रायंगल दे विच देखिए कॉस थीटा, तो कॉस थीटा की है, कॉस थीटा होगा बेस अपॉन हाइपोटेनियस, मतलब X अपॉन R। तो उत्थों X की वैल्यू कितनी आ गई R कॉस थीटा। X की वैल्यू की आ गई R कॉस थीटा। सिमिलरली अगर इसे ट्रायंगल दे विच असीं साइन थीटा देखिए तो साइन थीटा की है परपेंडिकुलर अपॉन हाइपोटेनियस, मतलब y अपॉन R। तो इत्थों अपने y की वैल्यू कितनी आ गई R साइन थीटा बन गई। तो ये अपना रिलेशन आ गया। देखो X का रिलेशन आ गया R ते थीटा दे नाल। सिमिलरली y का रिलेशन आ गया R ते साइन थीटा दे नाल। इसदा मतलब की है, मीनस जो असीं कार्टीशियन कोआर्डीनेट्स दे विच पार्टिकल की पोजीशन दस रहे हैं कि वो XI प्लस YJ है। सपोज करो असीं इहनूं R थीटा च कन्वर्ट करना सी, तो X की वैल्यू कितनी है R कॉस थीटा है, Y की वैल्यू कितनी है R साइन थीटा। हुण असीं फिर इसे पोजीशन वैक्टर नूं की लिखांगे, X की वैल्यू पुट कर देंगे। ये पोलर च लिखी गई इक्वेशन, ये सारी इक्वेशन की होगी। हुण असीं इस इक्वेशन नूं पोलर फॉर्म दे विच लिख लिया, मतलब ए दी कार्टीशियन फॉर्म है, ये उसे पार्टिकल दी पोलर फॉर्म है R cos थीटा I प्लस R साइन थीटा J। तो ध्यान रखना बहुत इंपॉर्टेंट रिलेशंस ने बेटा। उस तो बाद ने पोलर प्लेन पोलर यूनिट वैक्टर्स।
ਹੁਣ ਪਹਿਲਾਂ ਤਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਯੂਨਿਟ ਵੈਕਟਰਸ ਕੀ ਹੁੰਦੇ ਨੇ। ਦੇਖੋ ਪਹਿਲੀ ਗੱਲ ਤਾਂ ਵੈਕਟਰ ਕੀ ਹੈ। ਵੈਕਟਰ ਕੀ ਹੈ? ਵੈਕਟਰ ਹੈ ਉਹਦਾ ਮੈਗਨੀਟਿਊਡ ਤੇ ਉਹਦੀ ਡਾਇਰੈਕਸ਼ਨ। ਵੈਕਟਰ ਕੀ ਹੈ? ਉਹਦਾ ਮੈਗਨੀਟਿਊਡ ਤੇ ਉਹਦੀ ਡਾਇਰੈਕਸ਼ਨ। ਤੇ ਜਿਹੜੇ ਯੂਨਿਟ ਵੈਕਟਰਸ ਨੇ, ਯੂਨਿਟ ਵੈਕਟਰ ਸਾਨੂੰ ਕੀ ਦੱਸਦੇ ਨੇ? ਯੂਨਿਟ ਵੈਕਟਰ ਸਾਨੂੰ ਡਾਇਰੈਕਸ਼ਨ ਦੀ ਨੌਲੇਜ ਦਿੰਦੇ ਨੇ। ਤਾਂ ਇੱਥੇ ਪਲੇਨ ਪੋਲਰ ਯੂਨਿਟ ਵੈਕਟਰਸ ਕੀ ਨੇ? ਦੇਖੋ ਆਪਣੇ ਦੋ ਕੋਆਰਡੀਨੇਟਸ ਨੇ, ਇੱਕ r ਹੈ ਇੱਕ ਥੀਟਾ ਹੈ। ਇਹਨਾਂ ਦਾ ਯੂਨਿਟ ਵੈਕਟਰ ਕੀ ਹੈ? r ਦਾ ਯੂਨਿਟ ਵੈਕਟਰ ਹੈ er ਕੈਪ, er ਕੈਪ ਦੇ ਨਾਲ ਲਿਖਦੇ ਆ। ਥੀਟਾ ਦਾ ਯੂਨਿਟ ਵੈਕਟਰ ਹੈ e ਥੀਟਾ। ਤਾਂ ਇਹ ਯੂਨਿਟ ਵੈਕਟਰ ਉਸੇ ਡਾਇਰੈਕਸ਼ਨ 'ਚ ਪੁਆਇੰਟ ਆਊਟ ਕਰਨਗੇ ਜਿੱਧਰ ਨੂੰ r ਤੇ ਥੀਟਾ ਕੀ ਹੋਣਗੇ? ਇਨਕਰੀਜ਼ਿੰਗ ਹੋਣਗੇ। ਜਿੱਧਰ ਨੂੰ ਇਹ ਚੇਂਜ ਹੋ ਰਹੇ ਨੇ ਉਧਰ ਨੂੰ ਹੀ ਇਹਨਾਂ ਯੂਨਿਟ ਵੈਕਟਰਸ ਦੀ ਕੀ ਹੋਊਗੀ? ਡਾਇਰੈਕਸ਼ਨ ਹੋਊਗੀ। ਤਾਂ ਸਪੋਜ਼ ਕਰੋ ਆ r ਹੈ, ਪੋਜੀਸ਼ਨ ਵੈਕਟਰ ਹੈ, ਇਹ ਇਹਦਾ ਯੂਨਿਟ ਵੈਕਟਰ ਹੈ। er ਕੈਪ ਕੀ ਹੈ? ਯੂਨਿਟ ਵੈਕਟਰ ਹੈ ਇਹਦਾ। ਤਾਂ ਯੂਨਿਟ ਵੈਕਟਰ ਕੀ ਹੋਊਗਾ? ਦੇਖੋ ਆਪਾਂ ਲਿਖ ਰਹੇ ਹਾਂ ਕਿ we are saying that a vector is equal to a and a cap। ਤਾਂ ਫਿਰ ਉਥੋਂ a cap ਕਿੰਨਾ ਆ ਜਾਊਗਾ? a cap ਆ ਜਾਊਗਾ a ਵੈਕਟਰ ਤੇ ਉਹਦਾ ਮੈਗਨੀਟਿਊਡ। ਮਤਲਬ ਅਗਰ ਅਸੀਂ ਯੂਨਿਟ ਵੈਕਟਰ ਫਾਈਂਡ ਆਊਟ ਕਰਨਾ ਚਾਹੁੰਦੇ ਆ ਤਾਂ ਯੂਨਿਟ ਵੈਕਟਰ ਕਿਵੇਂ ਫਾਈਂਡ ਆਊਟ ਹੋਗਾ? a ਵੈਕਟਰ ਅਪੋਨ a, ਮਤਲਬ ਵੈਕਟਰ ਅਪੋਨ ਇਟਸ ਮੈਗਨੀਟਿਊਡ ਫਰੋਮ ਦਿਸ ਫਾਰਮੂਲਾ। ਤਾਂ ਇੱਥੇ ਵੀ ਫਿਰ ਇਹੀ ਹੋਊਗਾ। अगर er कैप r ਦਾ ਯੂਨਿਟ ਵੈਕਟਰ ਹੈ ਤਾਂ ਉਹ ਕੀ ਹੋਊਗਾ? ਉਹ ਵਾਲਾ ਵੈਕਟਰ ਹੋਊਗਾ ਤੇ ਉਹਦਾ ਮੈਗਨੀਟਿਊਡ ਹੋਊਗਾ। ਮਤਲਬ op ਅਪੋਨ op ਦਾ ਮੈਗਨੀਟਿਊਡ ਮੀਨਸ r ਵੈਕਟਰ ਅਪੋਨ r। ਇਹਨੂੰ ਅਸੀਂ ਬੋਲਦੇ ਹਾਂ ਰੇਡੀਅਲ ਯੂਨਿਟ ਵੈਕਟਰ। ਹੁਣ ਦੇਖੋ ਦੈਟ ਮੀਨਸ ਕਿ ਇੱਥੇ er ਕੈਪ ਫਾਈਂਡ ਆਊਟ ਕਰਨ ਦੇ ਲਈ ਸਾਨੂੰ r ਵੈਕਟਰ ਪਤਾ ਹੋਣਾ ਚਾਹੀਦਾ ਤੇ r ਪਤਾ ਹੋਣਾ ਚਾਹੀਦਾ। r ਵੈਕਟਰ ਕਿੰਨਾ? xi + yj ਕਾਰਟੀਸ਼ੀਅਨ 'ਚ ਹੈ। अगर अस इनू कन्वर्ट करते हैं पोलर दे विच तां r cos थीटा r sin थीटा j बन जूगा। तो er कैप जिहड़ा है उत्थे r वैक्टर की वैल्यू पुट करो, r वैक्टर की वैल्यू पुट करो, नीचे उहदा मैगनीट्यूड पुट करो। हुण देखो मैगनीट्यूड जिहड़ा है, मैगनीट्यूड कड्ढण दा की तरीका है? तुसीं r वैक्टर का मैगनीट्यूड कड्ढना है तो मैगनीट्यूड की होगा? r² cos स्क्वेयर थीटा प्लस r² sin स्क्वेयर थीटा। मीनस cos स्क्वेयर थीटा प्लस साइन r² अगर असी कॉमन ले लें तो cos स्क्वेयर थीटा प्लस साइन स्क्वेयर थीटा 1 बन गया, एक r बाहर आ गया। दैट मीनस कि मैगनीट्यूड है जिहड़ा वो r बन गया OP का। तो इत्थे r दे नाल r कॉमन कट के कैंसल हो जाऊगा। तो er यूनिट वैक्टर अपने कोल की आ गया? cos थीटा प्लस साइन थीटा j कैप बन गया। ये तो सीगा er यूनिट वैक्टर। सिमिलरली असी e थीटा यूनिट वैक्टर है जिहड़ा फाइंड आउट करना है। देखो ई थीटा किवें फाइंड आउट कर होगा? सपोज करो इनिशियली पार्टिकल की पोजीशन P सी, ये कोआर्डीनेट्स r थीटा ने। पार्टिकल ने रोटेशन कर ली बाय d थीटा एंगल ते पार्टिकल पहुँच गया P टू Q पोजीशन। इहदा r चेंज नहीं होया, पार्टिकल का r एज इट इज़, वो थीटा मान लो चेंज हो गया, थीटा प्लस d थीटा हो गया। क्लीयर है? तो जिहड़ा अपने कोल OQ बनूगा, देखो OP तो तुहानूं पता ही है, OPR की है? r cos थीटा ही r sin थीटा जी। बट OQ की बनूगा? OQ की बनूगा? r तो उन्ना ही रह रहे है, cos थीटा चेंज हो गया, cos थीटा सी ना, cos थीटा प्लस d थीटा ही बन गया, r sin थीटा प्लस d थीटा j कैप बन गया क्योंकि थीटा च चेंज हो गया। पर असी की फाइंड आउट करना है? असी आप फाइंड आउट करना है PQ फाइंड आउट करना है। PQ की होगा? अगर वैक्टर लॉ लगाने तो OQ माइनस OP बन गया। ठीक है जी, आ सारी OQ की वैल्यू है। R कॉमन ले लिया, r cos थीटा प्लस d थीटा ते OP का cos थीटा, r sin थीटा प्लस d थीटा माइनस sin थीटा j कैप। मतलब जो तुसी OQ दी वैल्यूज पुट करोगे आ वालियां सारियां, इहदे च अपनी वैल्यू माइनस होनी सीगी आह वाली, मीनस r cos थीटा माइनस r sin थीटा। तो हुण इनू सॉल्व करन दा की तरीका है? देखो अपनी ब्रैकेट जिहड़ियां ने, ब्रैकेट्स दे विच की पे cos थीटा प्लस d थीटा माइनस cos थीटा, इनू किवें सॉल्व करिए? देखो cos दा फार्मूला एक्सपैंड करते हैं, cos A cos B माइनस sin A sin B ते आवला cos थीटा। हुण अगर वैल्यूज स्मॉल ने, मतलब रोटेशन स्मॉल है, स्मॉल किन्नी मान लो आप 0 ही कंसीडर कर लेने, तो cos 0 किन्ना हुंदा 1। तो फॉर स्मॉल एंगल cos d थीटा की अप्रोक्सीमेटली 1 तो साइन d थीटा की होगा? d थीटा, क्योंकि सपोज असीं इत्थे 0 ही पुट कर लीए, साइन 0 इज 0 तो d थीटा। तो स्मॉल वैल्यूज़ दे लई जिहड़ी अप्रोक्सीमेशन लगदी है वो अप्रोक्सीमेशन की है, उत्ते ध्यान रखना बच्चे। देखो की बन गया, द्वारा दस रही मैं, cos A cos B माइनस sin A sin B माइनस cos थीटा।
ਸਮੋਲ ਵੈਲਿਊਜ਼ ਦੇ ਲਈ cos d ਥੀਟਾ ਅਪਰੋਕਸੀਮੇਟਲੀ 1 ਦੇ ਇਕੁਅਲ ਹੁੰਦਾ, sin d ਥੀਟਾ ਅਪਰੋਕਸੀਮੇਟਲੀ d ਥੀਟਾ ਦੇ ਇਕੁਅਲ ਹੁੰਦਾ। ਤਾਂ ਇੱਥੇ ਵੈਲਿਊਜ਼ ਪੁੱਟ ਕਰ ਦਿਓ। ਦੇਖੋ ਜਦੋਂ ਇੱਥੇ ਮੈਂ 1 ਪੁੱਟ ਕੀਤਾ ਹੈ cos ਥੀਟਾ ਬਣ ਗਿਆ, ਪਲੱਸ ਦਾ ਪਿਆ ਮਾਈਨਸ ਦਾ ਪਿਆ, ਖਤਮ ਹੋ ਗਿਆ। ਆਪਣੇ ਕੋਲ ਕੀ ਬਚ ਗਿਆ ਮਾਈਨਸ ਸਾइन ਥੀਟਾ, sin d ਥੀਟਾ ਦੀ ਜਗ੍ਹਾ ਤੇ ਕੀ ਲਿਖਾਂਗੇ d ਥੀਟਾ। ਸਿਮਿਲਰਲੀ ਸੈਕਿੰਡ ਬ੍ਰੈਕਟ ਹੈ sin ਥੀਟਾ ਪਲੱਸ d ਥੀਟਾ ਮਾਈਨਸ sin ਥੀਟਾ, ਤਾਂ ਇਹ ਸਾਡਾ ਬਣ ਗਿਆ sin a cos b ਪਲੱਸ cos a sin b ਮਾਈਨਸ sin ਥੀਟਾ। ਸਿਮਿਲਰਲੀ ਅਸੀਂ ਇੱਥੇ ਅਪਰੋਕਸੀਮੇਸ਼ਨ ਲਗਾਵਾਂਗੇ cos d ਥੀਟਾ 1 ਬਣ ਗਿਆ, sin ਨਾਲ sin ਕੈਂਸਲ ਹੋ ਗਿਆ, ਤੁਹਾਡੇ ਕੋਲ ਪਿੱਛੇ ਕੀ ਬਚ ਗਿਆ cos ਥੀਟਾ, sin d ਥੀਟਾ ਦੀ ਜਗ੍ਹਾ ਤੇ ਕੀ ਆ ਗਿਆ d ਥੀਟਾ। ਤਾਂ ਆਪਾਂ ਇਹ ਵਾਲੀ ਵੈਲਿਊ ਤੇ ਇਹ ਵਾਲੀ ਵੈਲਿਊ ਆਪਣੀ 1 ਨੰਬਰ ਬ੍ਰੈਕਟ 'ਚ ਜਦੋਂ ਪੁੱਟ ਕਰਦੇ ਆ ਤਾਂ ਸਾਡੇ ਕੋਲ ਕੀ ਬਚ ਗਿਆ r, ਆ ਸਾਰੀ ਵੈਲਿਊ ਕਿਹਦੇ ਬਰਾਬਰ ਹੈ ਮਾਈਨਸ sin ਥੀਟਾ d ਥੀਟਾ, ਆ ਸਾਰੀ ਵੈਲਿਊ ਕਿਹਦੇ ਬਰਾਬਰ ਹੈ cos ਥੀਟਾ d ਥੀਟਾ। ਤਾਂ ਇਹ ਬਣ ਗਿਆ ਮਾਈਨਸ r sin ਥੀਟਾ d ਥੀਟਾ r cos ਥੀਟਾ d ਥੀਟਾ। ਤਾਂ ਆਪਣੇ ਕੋਲ ਪੀ ਕਿਊ ਦੀ ਵੈਲਿਊ ਆ ਗਈ, ਦਿਸ ਇਜ਼ ਦਾ ਵੈਲਿਊ ਆਫ ਪੀ ਕਿਊ। ਹੁਣ ਪੀ ਕਿਊ ਦਾ ਮੈਗਨੀਟਿਊਡ ਕੱਢ ਲਓ, ਮੈਗਨੀਟਿਊਡ ਕੀ ਹੋਊਗਾ r ਸਕੁਅਰ sin ਸਕੁਅਰ ਥੀਟਾ d ਥੀਟਾ ਸਕੁਅਰ, r ਸਕੁਅਰ cos ਸਕੁਅਰ ਥੀਟਾ d ਥੀਟਾ ਸਕੁਅਰ। ਇਹਦੇ ਚੋਂ r d ਥੀਟਾ ਆਪਾਂ ਕਾਮਨ ਕੱਢ ਲਾਂਗੇ ਤੇ ਆਪਣਾ sin ਸਕੁਅਰ ਥੀਟਾ ਪਲੱਸ cos ਸਕੁਅਰ ਥੀਟਾ ਕੀ ਬਣ ਗਿਆ 1 ਬਣ ਗਿਆ। ਸੋ ਆਪਣੇ ਕੋਲ ਪੀ ਕਿਊ ਕਿੰਨਾ ਆ ਗਿਆ r ਥੀਟਾ। ਐਕਚੁਅਲੀ ਅਸੀਂ ਕਰ ਕੀ ਰਹੇ ਹਾਂ, ਫਾਈਂਡ ਆਊਟ ਕੀ ਕਰ ਰਹੇ ਹਾਂ, ਅਸੀਂ ਫਾਈਂਡ ਆਊਟ ਕਰਨਾ ਐਕਚੁਅਲੀ ਚ e ਥੀਟਾ ਯੂਨਿਟ ਵੈਕਟਰ। ਉਹ ਯੂਨਿਟ ਵੈਕਟਰ ਕੀ ਹੋਊਗਾ ਵੀ ਚੇਂਜ ਕਿੰਨਾ ਹੋਇਆ, ਚੇਂਜ ਕਿੰਨਾ ਹੋਇਆ ਪੀ ਕਿਊ ਵੈਕਟਰ, ਤੇ ਪੀ ਕਿਊ ਵੈਕਟਰ ਦਾ ਆਪਾਂ ਕੀ ਪੁੱਟ ਕਰਾਂਗੇ ਉਰੇ ਮੈਗਨੀਟਿਊਡ ਪਤਾ ਕਰਾਂਗੇ। ਇਸ ਤਰ੍ਹਾਂ ਆਪਾਂ ਨੂੰ e ਥੀਟਾ ਯੂਨਿਟ ਵੈਕਟਰ ਪਤਾ ਲੱਗ ਜੂਗਾ। ਜਿਸ ਤਰ੍ਹਾਂ ਬੇਟਾ ਆਪਾਂ er ਫਾਈਂਡ ਆਊਟ ਕੀਤਾ ਨਾ, OP ਹੈ, OP ਅਪੋਨ ਇਟਸ ਮੈਗਨੀਟਿਊਡ ਸੀਗਾ, ਕਿਉਂਕਿ ਤੁਹਾਨੂੰ ਮੈਂ ਇਨਫੋਰਮੇਸ਼ਨ ਦਿੱਤੀ ਹੈ ਕਿ ਵੈਕਟਰ ਕੀ ਹੁੰਦਾ ਹੈ, ਵੈਕਟਰ ਹੈ ਮੈਗਨੀਟਿਊਡ ਐਂਡ ਇਟਸ ਡਾਇਰੈਕਸ਼ਨ। ਤਾਂ e ਥੀਟਾ ਅਗਰ ਅਸੀਂ ਫਾਈਂਡ ਆਊਟ ਕਰਨਾ ਹੈ ਤਾਂ e ਥੀਟਾ ਕੀ ਹੋਊਗਾ, ਇਟ ਵਿਲ ਬੀ ਪੀ ਕਿਊ ਵੈਕਟਰ ਅਪੋਨ ਇਟਸ ਮੈਗਨੀਟਿਊਡ। ਤਾਂ ਕਰਕੇ ਅਸੀਂ ਕੀ ਫਾਈਂਡ ਆਊਟ ਕਰ ਰਹੇ ਹਾਂ, ਅਸੀਂ ਪੀ ਕਿਊ ਫਾਈਂਡ ਆਊਟ ਕਰ ਰਹੇ ਹਾਂ। ਦੇਖੋ ਅਸੀਂ ਪੀ ਕਿਊ ਫਾਈਂਡ ਆਊਟ ਕਰ ਲਿਆ, ਨੀਚੇ ਅਸੀਂ ਕੀ ਕਰ ਲਿਆ ਪੀ ਕਿਊ ਦਾ ਮੈਗਨੀਟਿਊਡ ਫਾਈਂਡ ਆਊਟ ਕਰ ਲਿਆ। ਹੁਣ ਕਿਉਂਕਿ ਅਸੀਂ ਇਹਨਾਂ ਦੋਨਾਂ ਵੈਲਿਊਜ਼ ਨੂੰ ਡਿਵਾਈਡ ਕਰਨਾ ਹੈ, ਦੇਖੋ ਡਿਵਾਈਡ ਕਰਾਂਗੇ ਨੀਚੇ ਆਏਗੀ r d ਥੀਟਾ, ਇਹਦੇ 'ਚ ਵੀ ਪਿਆ, ਇਹਦੇ 'ਚ ਵੀ ਪਿਆ, ਇਹਦੇ 'ਚ ਵੀ ਪਿਆ, ਇਹਦੇ 'ਚ ਵੀ ਪਿਆ, ਕੈਂਸਲ ਹੋ ਜਾਊਗਾ। ਦੈਟ ਮੀਨਸ ਕਿ ਤੁਹਾਡੇ ਕੋਲ ਜਿਹੜਾ e ਥੀਟਾ ਆ ਗਿਆ, ਜਿਹੜਾ ਤੁਹਾਡੇ ਕੋਲ ਕੀ ਆ ਗਿਆ e ਥੀਟਾ ਆ ਗਿਆ, e ਥੀਟਾ ਤੁਹਾਡੇ ਕੋਲ ਕੀ ਬਣ ਗਿਆ ਪੀ ਕਿਊ ਵੈਕਟਰ ਅਪੋਨ ਇਟਸ ਮੈਗਨੀਟਿਊਡ। ਤਾਂ r d ਥੀਟਾ ਕੈਂਸਲ ਹੋਣ ਤੋਂ ਬਾਅਦ e ਥੀਟਾ ਬਣ ਗਿਆ ਤੁਹਾਡੇ ਕੋਲ sin ਥੀਟਾ ਪਲੱਸ ਮਾਈਨਸ sin ਥੀਟਾ i ਪਲੱਸ cos ਥੀਟਾ j ਕੈਪ ਬਣ ਗਿਆ। ਕਲੀਅਰ ਹੈ ਬੇਟਾ। ਇੱਥੇ ਟੌਪਿਕ ਮੈਂ ਖਤਮ ਕਰ ਰਹੀ ਹਾਂ। ਦੇਖੋ ਆਪਾਂ ਨੇ ਕੀ ਕੀਤਾ ਹੈ, ਦੁਬਾਰਾ ਦੱਸ ਰਹੀ ਹਾਂ ਮੈਂ, ਮਕੈਨਿਕਸ ਕੀ ਹੈ, ਉਸ ਤੋਂ ਬਾਅਦ ਕਾਰਟੀਸ਼ੀਅਨ ਕੋਆਰਡੀਨੇਟ ਸਿਸਟਮ ਕੀ ਹੈ, ਨੈਕਸਟ ਮੈਂ ਤੁਹਾਨੂੰ ਦੱਸਿਆ ਹੈ ਕਿ ਰਾਈਟ ਹੈਂਡਡ ਲੈਫਟ ਹੈਂਡਡ ਸਿਸਟਮ ਕੀ ਨੇ, ਤੇ ਕੋਆਰਡੀਨੇਟ ਸਿਸਟਮ ਜਿਹੜੇ ਹੈਗੇ ਕਿਹੜੇ ਕੋਆਰਡੀਨੇਟ ਸਿਸਟਮ ਕਿਸ ਸਿਚੁਏਸ਼ਨ 'ਚ ਯੂਜ਼ ਕੀਤੇ ਜਾਂਦੇ ਨੇ। ਉਸ ਤੋਂ ਬਾਅਦ ਨੈਕਸਟ ਆਪਾਂ ਨੇ ਪੜ੍ਹੇ ਨੇ ਪੋਲਰ ਕੋਆਰਡੀਨੇਟ ਸਿਸਟਮ। ਧਿਆਨ ਰੱਖਣਾ ਪੋਲਰ r ਤੇ ਥੀਟਾ ਪਲੱਸ ਉਹਨਾਂ ਦਾ ਰਿਲੇਸ਼ਨ ਕੀ ਹੈ ਕਾਰਟੀਸ਼ੀਅਨ ਕੋਆਰਡੀਨੇਟਸ ਦੇ ਨਾਲ। ਕਲੀਅਰ ਹੈ। ਉਸ ਤੋਂ ਬਾਅਦ ਆਪਾਂ ਨੇ ਪੋਲਰ ਦੇ ਯੂਨਿਟ ਵੈਕਟਰਸ ਪੜ੍ਹੇ ਨੇ। ਯੂਨਿਟ ਵੈਕਟਰ ਸਾਨੂੰ ਕੀ ਦੱਸਦੇ ਨੇ, ਡਾਇਰੈਕਸ਼ਨ ਦੱਸਦੇ ਨੇ ਕਿ ਜਿਹੜੇ ਸਾਡੇ ਦੋ ਕੰਪੋਨੈਂਟਸ ਨੇ r ਤੇ ਥੀਟਾ, ਉਹਨਾਂ ਦੀਆਂ ਡਾਇਰੈਕਸ਼ਨਸ ਕੀ ਨੇ, e r ਕੈਪ ਐਂਡ e ਥੀਟਾ ਕੈਪ। ਠੀਕ ਹੈ ਜੀ, ਇੱਥੇ ਤੱਕ ਪੜ੍ਹੋ ਬੇਟਾ। ਸੋ ਇੱਥੇ ਲੈਕਚਰ ਖਤਮ ਹੈ। ਥੈਂਕਸ ਅ ਲੋਟ।